ਆਪਣੇ ਰਾਜਨੀਤਿਕ ਵਿਰੋਧੀਆਂ ਅਤੇ ਉਸ ਦੀ ਵਿਚਾਰਧਾਰਾ ਨਾਲ ਇਤਫਾਕ ਨਾ ਰੱਖਣ ਵਾਲੇ ਹਰ ਸ਼ਖਸ ਨੂੰ ਟੁਕੜੇ-ਟੁਕੜੇ ਗੈਂਗ ਦਾ ਮੈਂਬਰ ਦੱਸਦੀ ਰਹੀ ਬੀਜੇਪੀ ਨੂੰ ਲੰਬੇ ਵਕਤ ਤੋਂ ਬੀਜੇਪੀ ਦੇ ਸਹਿਯੋਗੀ ਰਹੇ ਅਕਾਲੀ ਦਲ ਬਾਦਲ ਵੱਲੋਂ ਹੀ ਵੱਡਾ ਜਵਾਬ ਮਿਲਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਮੁਖੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਬੀਜੇਪੀ ਹੀ ਅਸਲੀ 'ਚ ਟੁਕੜੇ-ਟੁਕੜੇ ਗੈਂਗ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਜਵਾਨ ਅਤੇ ਕਿਸਾਨ ਦੋਵੇਂ ਆ ਗਏ ਹਨ ਅਤੇ ਬੀਜੇਪੀ ਨੂੰ ਆਪਣੇ ਅਹੰਕਾਰੀ ਰਵੱਈਏ ਨੂੰ ਛੱਡ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਖੇਤੀ ਕਾਨੂੰਨ ਬਣਾਏ ਹਨ ਉਹਨਾਂ ਲੋਕਾਂ ਨੇ ਜ਼ਿੰਦਗੀ ਭਰ ਖੇਤੀ ਨਹੀਂ ਕੀਤੀ ਅਤੇ ਕੇਂਦਰ ਸਰਕਾਰ ਅਫਸਰਾਂ ਦੇ ਕਹਿਣ ਤੇ ਚੱਲ ਰਹੀ ਹੈ। ਬਾਦਲ ਨੇ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਦੇਸ਼ ਦੇ ਇੱਕ ਸੂਬੇ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੋ ਉਹਨਾਂ ਦੀ ਸਰਕਾਰ ਦੇ ਨਾਲ ਹੁੰਦਿਆਂ ਉਸ ਨੂੰ ਦੇਸ਼ ਭਗਤ ਕਹਿੰਦੇ ਸਨ ਅਤੇ ਜੋ ਨਹੀਂ ਹੁੰਦਾ ਉਸ ਨੂੰ ਟੁਕੜੇ-ਟੁਕੜੇ ਗੈਂਗ ਕਹਿ ਦਿੰਦੇ ਹਨ। ਸਹੀ ਮਾਇਨੇ ਵਿੱਚ ਬੀਜੇਪੀ ਹੀ ਅਸਲ ਵਿੱਚ ਟੁਕੜੇ-ਟੁਕੜੇ ਗੈਂਗ ਹੈ। ਆਪਾਂ ਨਾਰਾ ਕੀ ਹੁੰਦਾ ਸੀ, ਜੈ ਜਵਾਨ ਜੈ ਕਿਸਾਨ। ਹੁਣ ਜਵਾਨ ਵੀ ਅੰਦੋਲਨ ਚ ਆ ਗਿਆ ਤੇ ਕਿਸਾਨ ਵੀ ਆ ਗਿਆ। ਇਹ ਤੋਂ ਵੱਧ ਕੀ ਚਾਹੀਦਾ ਤੁਹਾਨੂੰ? ਬੀਜੇਪੀ ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ ਹਟ ਕੇ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ। ਜਿਹੜੇ ਲੋਕਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਜ਼ਿੰਦਗੀ 'ਚ ਖੇਤੀ ਕੀਤੀ ਨਹੀਂ। ਸੈਂਟਰ ਦੀ ਮੋਦੀ ਸਰਕਾਰ ਅਫਸਰਾਂ ਤੇ ਕਹਿ ਤੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਹੜਾ ਕਹਿੰਦੇ ਆ ਟੁਕੜੇ-ਟੁਕੜੇ ਗੈਂਗ, ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਹੈ ਉਹਨੂੰ ਤਾਂ ਕਹਿੰਦੇ ਕਿ ਆ ਦੇਸ਼ ਭਗਤ ਹੈ। ਜਿਹੜਾ ਸਰਕਾਰ ਦੇ ਹੱਕ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ-ਟੁਕੜੇ ਗੈਂਗ। ਸਹੀ ਮੈਨੇ ਤੇ ਅਸਲੀ ਟੁਕੜੇ-ਟੁਕੜੇ ਗੈਂਗ ਬੀਜੇਪੀ ਹੈ। ਸੁਖਬੀਰ ਨੇ ਅੱਗੇ ਬਹੁਤ ਗੰਭੀਰ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਹਿੰਦੂ ਮੁਸਲਮਾਨਾਂ ਦੇ ਰਿਸ਼ਤੇ ਟੁਕੜੇ-ਟੁਕੜੇ ਕੀਤੇ ਗਏ, ਹੁਣ ਜਾਣਬੁੱਝ ਕੇ ਪ੍ਰਚਾਰ ਕਰ ਰਹੀ ਹੈ ਅਤੇ ਹਿੰਦੂ ਅਤੇ ਸਿੱਖਾਂ ਦਰਮਿਆਨ ਬਟਵਾਰੇ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇਸ ਗੱਲ ਨੂੰ ਕਤਈ ਬਰਦਾਸ਼ਤ ਨਹੀਂ ਕਰੇਗਾ ਕਿ ਪੰਜਾਬ ਵਿੱਚ ਭਾਈਚਾਰੇ ਦਾ ਮਾਹੌਲ ਖਤਮ ਹੋਵੇ ਅਤੇ ਜੇਕਰ ਬੀਜੇਪੀ ਅਜਿਹੀ ਕੋਸ਼ਿਸ਼ ਕਰੇਗੀ ਤਾਂ ਇਸ ਦੇ ਲਈ ਅਕਾਲੀ ਦਲ ਹਰ ਕੁਰਬਾਨੀ ਦੇਵੇਗਾ। ਪਹਿਲੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ-ਟੁਕੜੇ ਕੀਤੇ, ਹੁਣ ਜਾਣ ਕੇ ਪ੍ਰਚਾਰ ਕਰ ਰਹੇ ਹੈ ਕਿ ਹਿੰਦੂ ਤੇ ਸਿੱਖ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੇਗਾ ਪੰਜਾਬ ਵਿੱਚ ਭਾਈਚਾਰੇ ਦੀ ਸਾਂਝ ਖਤਮ ਹੋਏ। ਜੇ ਬੀਜੇਪੀ ਕੋਸ਼ਿਸ਼ ਕਰੂਗੀ ਹਰ ਕੁਰਬਾਨੀ ਸ਼੍ਰੋਮਣੀ ਅਕਾਲੀ ਦਲ ਦਊਗਾ। ਸਾਬਕਾ ਡੀਐਮ ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਬਿਨਾਂ ਅਮਨ ਭਾਈਚਾਰੇ ਦੇ ਤਰੱਕੀ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਕਿ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਚੇਤਾਵਨੀ ਦੇਵਾਂਗਾ ਕਿ ਛੋਟੀ ਜਿਹੀ ਗੱਲ ਦੇ ਪਿੱਛੇ ਉਹ ਭਰਾਵਾਂ ਨੂੰ ਨਾ ਲੜਾਉਣ ਜੋ ਕਿਸਾਨ ਧਰਨੇ ਤੇ ਬੈਠੇ ਹਨ, ਦੇਸ਼ ਭਗਤ ਹਨ। ਉਹਨਾਂ ਨੇ ਆਪਣੇ ਬੱਚੇ ਦੇਸ਼ ਦੀ ਰੱਖਿਆ ਦੇ ਲਈ ਸਰਹੱਦਾਂ ਤੇ ਕੁਰਬਾਨ ਕੀਤੇ ਹਨ। ਚੇਤਾਵਨੀ ਦੇਣਾ ਚਾਹੁੰਦਾ ਬੀਜੇਪੀ ਲੀਡਰਸ਼ਿਪ ਨੂੰ, ਛੋਟੀ ਗੱਲ ਪਿੱਛੇ ਤੁਸੀਂ ਭਰਾਵਾਂ ਨੂੰ ਨਾ ਲੜਾਓ। ਉਹ ਜਿਹੜੇ ਕਿਸਾਨ ਬੈਠੇ ਹੈ ਉਹ ਕਿਸਾਨ ਦੇਸ਼ ਭਗਤ ਹੈ। ਦੇਸ਼ ਉਹ ਕਿਸਾਨ ਉਹ ਹੈ ਜਿਨ੍ਹਾਂ ਨੇ ਆਪਣੇ ਬੱਚੇ ਸਰਹੱਦਾਂ ਤੇ ਦਿੱਤੇ ਆ ਦੇਸ਼ ਦੀ ਰੱਖਿਆ ਕਰਨ ਵਾਸਤੇ। ਤੁਹਾਡੇ ਸਾਹਮਣੇ ਇੱਕ ਜਵਾਨ ਕਿਵੇਂ ਸਟੇਜ ਤੇ ਆ ਕੇ ਕਿਹਾ ਕਿ ਮੇਰਾ ਪਰਿਵਾਰ ਕਿਸਾਨ ਹੈ, ਮੈਂ ਦੇਸ਼ ਦੀ ਰੱਖਿਆ ਕਰਨਾ ਹੈ। ਕਿ ਉਹ ਅਤਵਾਦੀ ਹਨ? ਤਾਂ ਇਸ ਕਰਕੇ ਬੀਜੇਪੀ ਗਲਤ ਰਸਤੇ ਚੱਲ ਪਈ ਹੈ। ਦੇਸ਼ ਨੂੰ ਬਚਾਉਣ ਦੀ ਬਜਾਏ ਦੇਸ਼ ਨੂੰ ਤੋੜਨ ਤਰਫ ਚੱਲ। ਸੁਖਬੀਰ ਦੇ ਇਹ ਬੋਲ ਬੀਜੇਪੀ ਆਗੂਆਂ ਦੇ ਕੰਨਾਂ 'ਚ ਚੁਭਣਗੇ ਜ਼ਰੂਰ ਅਤੇ ਦੇਸ਼ ਭਰ ਦੇ ਲੋਕ ਵੀ ਇਸ ਨੂੰ ਸੰਜੀਦਗੀ ਨਾਲ ਲੈਣਗੇ ਕਿਉਂਕਿ ਇਹ ਗੱਲ ਉਹ ਸ਼ਖਸ ਕਹਿ ਰਿਹਾ ਹੈ ਜੋ ਬੀਜੇਪੀ ਦੇ ਨਾਲ ਲੰਬੇ ਵਕਤ ਤੱਕ ਗੱਠਜੋੜ ਵਿੱਚ ਰਹਿ ਚੁੱਕਾ ਹੈ। ਬੇਸ਼ੱਕ ਹੁਣ ਆਪਣੇ ਸਿਆਸੀ ਮਫਾਦ ਲਈ ਉਹ ਬੀਜੇਪੀ ਤੋਂ ਵੱਖ ਹੋ ਚੁੱਕੇ ਹਨ, ਨਿਸ਼ਚਿਤ ਤੌਰ ਤੇ ਬੀਜੇਪੀ ਦੀ ਵਿਚਾਰਧਾਰਾ ਅਤੇ ਕੰਮਕਾਜ ਦੇ ਤਰੀਕੇ ਤੋਂ, ਕਿਉਂਕਿ ਲੰਬਾ ਸਮਾਂ ਇਹਨਾਂ ਦਾ ਜਰਾਨਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸੁਖਬੀਰ ਬਾਦਲ ਨੇ ਬੀਜੇਪੀ ਤੇ ਜ਼ੋਰਦਾਰ ਹਮਲਾ ਬੋਲਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਵਿੱਚ ਅੱਤਵਾਦੀ ਅਲਗਾਵਵਾਦੀ ਆ ਗਏ ਹਨ ਤਾਂ ਫਿਰ ਸਰਕਾਰ ਉਹਨਾਂ ਨਾਲ ਗੱਲਬਾਤ ਲਈ ਕਿਉਂ ਬੁਲਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਦੀ ਗੱਲ ਮੰਨ ਵੀ ਲਈਏ ਤਾਂ ਦੇਸ਼ ਭਗਤ ਨਾ ਮੰਨੋ ਤਾਂ ਆਤੰਕਵਾਦੀ, ਇਸ ਤੋਂ ਖਰਾਬ ਗੱਲ ਹੋਰ ਕੀ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਲਈ ਦੇਸ਼ ਸਭ ਤੋਂ ਪਹਿਲਾਂ ਹੈ ਅਤੇ ਕਿਸਾਨ ਦੇਸ਼ ਦੇ ਲਈ ਹੀ ਲੜਾਈ ਲੜ ਰਹੇ ਹਨ। ਸੁਖਬੀਰ ਨੇ ਕਿਹਾ ਕਿ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਉਸੇ ਤਰ੍ਹਾਂ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰ੍ਹਾਂ ਉਸਨੇ ਨੋਟਬੰਦੀ ਅਤੇ
GST ਨੂੰ ਥੋਪਿਆ ਸੀ। ਸੁਖਬੀਰ ਸਿੰਘ ਬਾਦਲ ਦੀ ਇਹ ਗੱਲ ਭਾਰਤ ਦੇ ਹਰ ਉਸ ਸ਼ਖਸ ਨੂੰ ਬੀਜੇਪੀ ਆਗੂਆਂ ਦੇ ਆਪਣੇ ਵਿਰੋਧੀਆਂ ਨੂੰ ਟੁਕੜੇ-ਟੁਕੜੇ ਗੈਂਗ ਦਾ ਦੱਸਣ ਦੇ ਬਿਆਨ ਦੇ ਬਾਰੇ ਚ ਸੋਚਣ ਦੇ ਲਈ ਮਜਬੂਰ ਕਰੇਗੀ, ਜੋ ਅਣਜਾਣੇ ਜਾਂ ਬਹਿਕਾਵੇ ਵਿੱਚ ਆ ਕੇ ਖੁਦ ਵੀ ਇਸੇ ਭਾਸ਼ਾ ਦਾ ਇਸਤੇਮਾਲ ਕਰਨ ਲੱਗੇ ਸਨ। ਬੀਤੇ ਸਾਲਾਂ ਚ ਬੀਜੇਪੀ ਦੇ ਆਮ ਵਰਕਰ ਤਾਂ ਛੱਡੋ, ਬਹੁਤ ਪੜ੍ਹੇ ਲਿਖੇ ਅਰੁਣ ਜੇਟਲੀ ਤੋਂ ਲੈ ਕੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ तमाम ਆਲਾ ਮੰਤਰੀ ਆਪਣੇ ਵਿਰੋਧੀਆਂ ਦੇ ਲਈ ਟੁਕੜੇ-ਟੁਕੜੇ ਗੈਂਗ ਦਾ ਇਸਤੇਮਾਲ ਕਰ ਰਹੇ ਨੇ। ਬੀਜੇਪੀ ਦੇ ਆਗੂਆਂ ਨੂੰ ਸੁਖਬੀਰ ਬਾਦਲ ਦੇ ਉਸ ਬਿਆਨ ਨੂੰ ਹੋਰ ਗੌਰ ਨਾਲ ਸੁਣਨਾ ਚਾਹੀਦਾ ਹੈ, ਜਿਸ ਵਿੱਚ ਕਹਿ ਰਹੇ ਨੇ ਕਿ ਦੇਸ਼ ਦੇ ਇੱਕ ਸੂਬੇ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੱਲ ਬੇहद ਗੰਭੀਰ ਹੈ। ਬੀਜੇਪੀ ਅਤੇ ਸਰਕਾਰ ਦੀ ਲੀਡਰਸ਼ਿਪ ਇਸ ਨੂੰ ਇਗਨੋਰ ਕਰ ਦੇਵੇਗੀ, ਪਰ ਦੇਸ਼ ਦੇ ਲੋਕ ਸ਼ਾਇਦ ਅਜਿਹਾ ਨਹੀਂ ਕਰਨਗੇ। ਅਸਲ 'ਚ ਬੀਜੇਪੀ ਅਤੇ ਸਰਕਾਰ ਦੀ ਪੂਰੀ ਲੀਡਰਸ਼ਿਪ ਨੇ ਕਿਸਾਨ ਅੰਦੋਲਨ ਨੂੰ ਆਪਣੇ ਲਈ ਚੁਣੌਤੀ ਬਣਦਾ ਦੇਖ ਜਿਸ ਤਰ੍ਹਾਂ ਤੇ ਜ਼ੁਬਾਨੀ ਹਮਲੇ ਕੀਤੇ ਹਨ, ਉਸ ਨਾਲ ਦੇਸ਼ ਦੇ ਵੱਡੇ ਭਾਈਚਾਰੇ 'ਚ ਜ਼ਬਰਦਸਤ ਨਾਰਾਜ਼ਗੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਮੰਤਰੀ ਅਤੇ ਵੱਡੇ ਬੀਜੇਪੀ ਆਗੂ ਦਿਨ ਰਾਤ ਕਿਸਾਨ ਅੰਦੋਲਨ 'ਚ ਖਾਲਿਸਤਾਨੀਆਂ ਵਾਮਪੰਥੀਆਂ ਦਾ ਹੱਥ ਹੋਣ ਦਾ ਪ੍ਰਚਾਰ ਕਰ ਰਹੇ ਹਨ, ਪਰ ਉਹਨਾਂ ਨੇ ਠੰਡ ਦੇ ਦਿਨ 'ਚ ਦਿੱਲੀ ਦੇ ਬਾਰਡਰਸ ਤੇ ਲੱਖਾਂ ਦੀ ਗਿਣਤੀ 'ਚ ਬੈਠੇ ਲੋਕ ਨਜ਼ਰ ਨਹੀਂ ਆਉਂਦੇ। ਪ੍ਰਧਾਨ ਮੰਤਰੀ ਗੁਜਰਾਤ ਦੇ ਕੱਛ ਵਿੱਚ ਤਾਂ ਜਾ ਕੇ ਕਿਸਾਨਾਂ ਨਾਲ ਗੱਲ ਕਰ ਸਕਦੇ ਹਨ, ਪਰ ਉਸ ਨੂੰ 10 ਕਿਲੋਮੀਟਰ ਦੂਰ ਬੈਠੇ ਕਿਸਾਨ ਕੀ ਨਜ਼ਰ ਨਹੀਂ ਆਏ, ਇਹ ਸਵਾਲ ਵੀ ਉੱਠੇ ਹਨ। ਅਸਲ ਵਿੱਚ ਕਰੀਬ 45 ਸਾਲ ਭਾਜਪਾ ਦੇ ਭਾਈਵਾਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਇਸ ਪਾਰਟੀ ਉੱਪਰ ਦੇਸ਼ 'ਚ ਵੰਡ ਪਾਉ ਨੀਤੀ ਲਾਗੂ ਕਰਨ ਦੇ ਦੋਸ਼ ਲਾਏ ਹਨ, ਜੋ ਕਾਫੀ ਗੰਭੀਰ ਹਨ ਤੇ ਬੀਜੇਪੀ ਦੀ ਅੰਦਰਲੀ ਸਿਆਸਤ ਨੂੰ ਉਹਨਾਂ ਨੇ ਖੋਲ ਕੇ ਪੂਰੇ ਦੇਸ਼ ਦੇ ਸਾਹਮਣੇ ਰੱਖ ਦਿੱਤਾ ਹੈ। ਉਹਨਾਂ ਨੇ ਦੋਸ਼ ਲਾਇਆ ਕਿ ਪਹਿਲਾਂ ਇਸ ਪਾਰਟੀ ਨੇ ਦੇਸ਼ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਸ 'ਚ ਲੜਾਇਆ ਅਤੇ ਹੁਣ ਹਿੰਦੂਆਂ ਤੇ ਸਿੱਖਾਂ ਤੇ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰੰਤੂ ਪੰਜਾਬ 'ਚ ਇਸ ਨੂੰ ਸਫਲਤਾ ਨਹੀਂ ਮਿਲੇਗੀ। ਅਗਲੇ ਮਹੀਨੇ ਬਠਿੰਡਾ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਆਗੂਆਂ ਦੇ ਵਰਕਰਾਂ ਨੂੰ ਤਕੜਾ ਕਰਨ ਪੁੱਜੇ ਸੁਖਬੀਰ ਬਾਦਲ ਨੇ ਭਾਜਪਾ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਕਿਸਾਨ ਵੱਡੇ ਦੇਸ਼ ਭਗਤ ਹਨ, ਜਿਨ੍ਹਾਂ ਦੇ ਪੁੱਤਰ ਦੇਸ਼ ਦੀ ਸੇਵਾ ਲਈ ਸਰਹੱਦਾਂ ਤੇ ਪਹਿਰਾ ਦੇ ਰਹੇ ਹਨ। ਸਰਦਾਰ ਬਾਦਲ ਨੇ ਦਿੱਲੀ 'ਚ ਖੇਤੀ ਬਿੱਲਾਂ ਨੂੰ ਵਾਪਸ ਲੈਣ ਲਈ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਭਾਜਪਾ ਸਮਰਥਕਾਂ ਵੱਲੋਂ ਖਾਲਿਸਤਾਨੀ ਅਤੇ ਵੱਖਵਾਦੀਆਂ ਨਾਲ ਸੰਘਰਸ਼ ਕਰਾਰ ਦੇਣ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਕਿਹਾ। ਅਸਲ ਵਿੱਚ ਸੁਖਬੀਰ ਬਾਦਲ ਦੇ ਇਹਨਾਂ ਹਮਲਿਆਂ ਤੋਂ ਬਾਅਦ ਬੀਜੇਪੀ ਬੌਖਲਾ ਗਈ ਹੈ। ਉਹਨਾਂ ਦੇ ਆਪਣੇ ਹੀ ਸਹਿਯੋਗੀ ਰਹੇ ਉਹਨਾਂ ਦੀ ਅੰਦਰਲੀ ਰਣਨੀਤੀ ਨੂੰ ਫਰੋੜ ਕੇ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ ਕਿ ਬੀਜੇਪੀ ਕਿਸ ਆਧਾਰ ਤੇ ਕੰਮ ਕਰਦੀ ਹੈ, ਤਾਂ ਬੀਜੇਪੀ ਦੀ ਪੂਰੀ ਸਿਆਸਤ ਬੇਪਰਦਾ ਹੋ ਚੁੱਕੀ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਆਪਣੇ ਪੂਰੇ ਸ਼ਬਾਬ ਤੇ ਹੈ। ਕਿਸਾਨਾਂ ਅਤੇ ਉਹਨਾਂ ਦੀਆਂ ਜਥੇਬੰਦੀਆਂ ਨੇ ਅੰਦੋਲਨ ਤੇਜ਼ ਕਰਦਿਆਂ ਹਰਿਆਣਾ ਅਤੇ ਦਿੱਲੀ ਦੀਆਂ ਹੱਦਾਂ ਤੇ ਹੋਇਆ ਇਕੱਠ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪਿਛਲੇ ਦਿਨੀ ਧਰਨੇ ਦਿੱਤੇ ਗਏ ਸਨ, ਜਿਸ ਤੋਂ ਬਾਅਦ ਇਹ ਅੰਦੋਲਨ ਕਾਫੀ ਤੇਜ਼ ਹੋ ਗਿਆ ਹੈ। ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਅੰਦੋਲਨ ਤੇਜ਼ ਹੋਇਆ ਹੈ। ਰਾਜਸਥਾਨ ਤੋਂ ਦਿੱਲੀ ਜੈਪੁਰ ਹਾਈਵੇ ਦਿੱਲੀ ਸ਼ਾਹਰਾਹ ਤੇ ਵੀ ਵੱਡਾ ਇਕੱਠ ਹੈ। ਹਰਿਆਣਾ ਵਿੱਚ ਕਰਨਾਲ, ਜਮਨਾਨਗਰ, ਅੰਬਾਲਾ, ਪਾਣੀਪਤ, ਕੁਰੂਕਸ਼ੇਤਰ ਤੇ ਹੋਰ ਜ਼ਿਲ੍ਹਾ ਕੇਂਦਰਾਂ ਤੇ ਵੀ ਧਰਨੇ ਦਿੱਤੇ ਗਏ ਤੇ ਇਸ ਦੌਰਾਨ ਇਹ ਅੰਦੋਲਨ ਕਾਫੀ ਤੇਜ਼ ਹੋਇਆ ਹੈ। ਕਿਸਾਨ ਅੰਦੋਲਨ ਕੇਂਦਰ ਅਤੇ ਸੂਬਿਆਂ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ, ਜਿਨ੍ਹਾਂ ਵਿੱਚ ਪੰਜਾਬ ਦੇ ਅਮਰਿੰਦਰ ਸਿੰਘ, ਪੱਛਮੀ ਬੰਗਾਲ ਦੀ ਮਮਤਾ ਬੈਨਰਜੀ, ਤੇਲੰਗਾਨਾ ਦੇ ਕੇ ਚੰਦਰ ਸ਼ੇਖਰ ਰਾਓ, ਮਹਾਰਾਸ਼ਟਰ ਦੇ ਉद्धਵ ਠਾਕਰੇ, ਰਾਜਸਥਾਨ ਦੇ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਭੁਪੇਸ਼ ਬਘੇਲ, ਦਿੱਲੀ ਦੇ ਅਰਵਿੰਦ ਕੇਜਰੀਵਾਲ ਆਦਿ ਸ਼ਾਮਿਲ ਹਨ, ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਇਹਨਾਂ ਆਗੂਆਂ ਵਿੱਚ ਕਿਤੇ-ਕਿਤੇ ਆਪਸੀ ਟਕਰਾਅ ਦੇਖਣ ਨੂੰ ਵੀ ਮਿਲਦਾ ਹੈ, ਜਿਸ ਨੂੰ ਘਟਾਉਣ ਦੀ ਲੋੜ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਹੋਰ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਲਗਾਤਾਰ ਇਹ ਦੁਹਰਾ ਰਹੇ ਹਨ ਕਿ ਕਿਸਾਨ ਕਾਨੂੰਨਾਂ ਦੇ ਹੱਕ ਵਿੱਚ ਹਨ, ਤੇ ਨਾਲ ਹੀ ਬੀਜੇਪੀ ਦੂਜੀ ਖੇਡ ਵੀ ਖੇਡ ਰਹੀ ਹੈ। ਇਸ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਹਿਲਾਂ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ, ਫਿਰ ਅੱਤਵਾਦੀ ਕਿਹਾ, ਫਿਰ ਪਾਕਿਸਤਾਨ ਤੇ ਚੀਨ ਤੋਂ ਸਮਰਥਿਤ ਕਿਹਾ ਅਤੇ ਹੁਣ ਇੱਕ ਨਵਾਂ ਭਰਮ ਜਾਲ ਉਸਾਰਿਆ ਗਿਆ ਕਿ ਕਿਸਾਨ ਟੁਕੜੇ-ਟੁਕੜੇ ਗੈਂਗ ਤੋਂ ਉਤਸ਼ਾਹਿਤ ਹੈ, ਭਾਵ ਕਿਸਾਨ ਅੰਦੋਲਨ ਵਿੱਚ ਅਰਬਨ ਨਕਸਲੀ ਵੜ ਗਏ ਹਨ। ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਹੁਣ ਠੋਕਵਾਂ ਜਵਾਬ ਦਿੱਤਾ ਹੈ ਤਾਂ ਬੀਜੇਪੀ ਨੂੰ ਕੋਈ ਜਵਾਬ ਨਹੀਂ ਸੁੱਝ ਰਿਹਾ ਹੈ। ਕਰੀਬ 4 ਦਹਾਕਿਆਂ ਤੱਕ ਬੀਜੇਪੀ ਦੇ ਸਾਥੀ ਰਹੇ ਅਕਾਲੀ ਦਲ ਵੱਲੋਂ ਇਹ ਸਵਾਲ ਚੁੱਕਣੇ ਕਾਫੀ ਅਹਿਮ ਹਨ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।